BTV देख रहे सारे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਲਗਰੀ ਦੇ ਨਾਰਥ ਈਸਟ ਐਬੀਡੇਲ ਵਿੱਚ ਇੱਕ ਘਰ ਵਿੱਚ ਭੰਨਤੋੜ ਅਤੇ ਦਾਖਲ ਹੋਣ ਦੀ ਕੀਤੀ ਗਈ ਕੋਸ਼ਿਸ਼, 2 ਲੋਕਾਂ ਤੇ ਕੀਤਾ ਹਮਲਾ, ਪੁਲਿਸ ਦੇ ਆਉਣ ਤੋਂ ਪਹਿਲਾਂ ਫਰਾਰ ਹੋਏ ਹਮਲਾਵਰ। ਮੌਂਟਰੀਅਲ ਵਿੱਚ ਮੁੜ ਤੋਂ ਇੱਕ ਯਹੂਦੀ ਸਕੂਲ ਨੂੰ ਗੋਲੀਬਾਰੀ ਦਾ ਬਣਾਇਆ ਗਿਆ ਨਿਸ਼ਾਨਾ। ਇਸ ਤੋਂ ਪਹਿਲਾਂ 2 ਯਹੂਦੀ ਸਕੂਲਾਂ ਤੇ ਚੱਲੀਆਂ ਸੀ ਗੋਲੀਆਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕਰਨਗੇ ਮੀਟਿੰਗ। ਅਮਰੀਕਾ ਅਤੇ ਚਾਈਨਾ ਦੇ ਸਬੰਧਾਂ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਭੂਮੱਧ ਸਾਗਰ ਤੇ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਚਾਲਕ ਦਲ ਦੇ 5 ਮੈਂਬਰਾਂ ਦੀ ਮੌਤ, US ਮਿਲਟਰੀ ਨੇ ਦਿੱਤੀ ਜਾਣਕਾਰੀ। ਹੁਣ ਖਬਰਾਂ ਵਿਸਥਾਰ ਨਾਲ। ਕੈਲਗਰੀ ਦੇ ਨਾਰਥ ਈਸਟ ਐਬੀਡੇਲ ਵਿੱਚ ਨਕਾਬਪੋਸ਼ ਹਥਿਆਰਬੰਦ ਸ਼ੱਕੀਆਂ ਨੇ ਇੱਕ ਘਰ ਵਿੱਚ ਭੰਨਤੋੜ ਅਤੇ ਦਾਖਲ ਹੋਣ ਦੇ ਦੌਰਾਨ 2 ਲੋਕਾਂ ਉੱਤੇ ਹਮਲਾ ਕੀਤਾ। ਇਹ ਘਟਨਾ 11 ਨਵੰਬਰ ਸਵੇਰੇ 4 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਕੈਲਗਰੀ ਪੁਲਿਸ ਨੇ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ 3 ਜਾਂ 4 ਸ਼ੱਕੀ ਮਾਸਕ ਪਾਏ ਹੋਏ ਅਤੇ ਹੈਂਡਗਨ ਲੈ ਕੇ ਐਬਸਫੋਰਡ ਡਰਾਈਵ, ਐਬਰਡਨ ਕ੍ਰਿਸੈਂਟ ਅਤੇ 68 ਸਟਰੀਟ ਦੇ ਬਲਾਕ ਤੇ ਇੱਕ ਘਰ ਵਿੱਚ ਦਾਖਲ ਹੋਏ। ਉਸ ਸਮੇਂ ਘਰ ਵਿੱਚ 5 ਬਾਲਕ ਅਤੇ 2 ਬੱਚੇ ਮੌਜੂਦ ਸੀ ਜਦੋਂ ਹਮਲਾਵਰਾਂ ਨੇ ਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ 'ਚ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀਆਂ ਨੇ ਭੱਜਣ ਤੋਂ ਪਹਿਲਾਂ ਘਰ ਵਿੱਚ 2 ਵਿਅਕਤੀਆਂ ਤੇ ਹਮਲਾ ਕਰਨ ਤੋਂ ਬਾਅਦ ਪੈਸੇ ਅਤੇ ਹੋਰ ਚੀਜ਼ਾਂ ਦੀ ਮੰਗ ਕੀਤੀ ਸੀ ਅਤੇ ਜਦੋਂ ਉਹ ਇੱਕ ਵਾਰੀ ਘਰ ਤੋਂ ਬਾਹਰ ਨਿਕਲੇ ਤਾਂ ਕਈ ਗੋਲੀਆਂ ਚਲਾਈਆਂ, ਜਿਸ ਵਿੱਚ ਉਹਨਾਂ ਨੇ ਗੁਆਂਢੀ ਘਰਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਦੌਰਾਨ 2 ਵਿਅਕਤੀਆਂ ਨੂੰ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ, ਜਦੋਂ ਕਿ ਦੂਜੇ ਲੋਕ ਅਤੇ ਬੱਚਿਆਂ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਸ਼ੱਕੀ ਪੈਦਲ ਹੀ ਘਟਨਾ ਸਥਾਨ ਤੋਂ ਚਲੇ ਗਏ, ਜਦੋਂ ਕਿ ਬਾਕੀ ਲਾਲ ਰੰਗ ਦੇ ਟਰੱਕ ਵਿੱਚ ਫਰਾਰ ਹੋ ਗਏ। ਫਿਲਹਾਲ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਬਾਰੇ ਕਿਸੇ ਕੋਲ ਵੀ ਕੋਈ ਸੂਚਨਾ ਹੈ ਤਾਂ ਉਹਨਾਂ ਨੂੰ ਪੁਲਿਸ ਜਾਂ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਮੌਂਟਰੀਅਲ ਦੇ ਵਿੱਚ ਇਸ ਹਫ਼ਤੇ ਦੂਜੀ ਵਾਰ ਇੱਕ ਯਹੂਦੀ ਸਕੂਲ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸਵੇਰੇ 5 ਵਜੇ ਦੇ ਨੇੜੇ ਕੋਡੇਸ ਨਿਗੇਸ ਇਲਾਕੇ ਵਿੱਚ ਬੁਲਾਇਆ ਗਿਆ, ਜਿੱਥੇ ਵੈਨ ਹੋਰਨ ਐਵੇਨਿਊ ਦੇ ਨੇੜੇ ਡਿਕੋਨ ਰੋਡ ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਘਟਨਾ ਵਾਲੀ ਸਥਾਨ ਤੇ ਪਹੁੰਚਣ ਤੇ ਅਧਿਕਾਰੀਆਂ ਨੇ ਯਹੂਦੀ ਸਕੂਲ ਯੇਸ਼ੀਵਾ ਗਿਰਡੋਲਾ ਦੇ ਅਗਲੇ ਹਿੱਸੇ ਵਿੱਚ ਗੋਲੀਆਂ ਦੇ ਛੇਕ ਹੋਏ ਮਿਲੇ। ਦੱਸਿਆ ਗਿਆ ਕਿ ਉਸ ਸਮੇਂ ਇਮਾਰਤ ਦੇ ਅੰਦਰ ਕੋਈ ਮੌਜੂਦ ਨਹੀਂ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਗਵਾਹਾਂ ਨੇ ਮੌਂਟਰੀਅਲ ਪੁਲਿਸ ਨੂੰ ਦੱਸਿਆ ਕਿ ਗੋਲੀਆਂ ਚੱਲਣ ਤੋਂ ਬਾਅਦ ਉਹਨਾਂ ਨੇ ਇੱਕ ਵਾਹਨ ਨੂੰ ਤੇਜ਼ ਰਫ਼ਤਾਰ ਨਾਲ ਜਾਂਦੇ ਦੇਖਿਆ। ਇਹ ਇਸ ਹਫ਼ਤੇ ਤੀਜੀ ਵਾਰ ਹੈ ਜਦੋਂ ਮੌਂਟਰੀਅਲ ਦੇ ਯਹੂਦੀ ਸਕੂਲ ਵਿੱਚ ਗੋਲੀਬਾਰੀ ਹੋਈ ਹੈ। ਇਸ ਤੋਂ ਪਹਿਲਾਂ ਲੰਘੇ ਵੀਰਵਾਰ ਨੂੰ ਪੁਲਿਸ ਨੇ ਯੇਸ਼ੀਵਾ ਗਿਰਡੋਲਾ ਦੇ ਨਾਲ ਮੌਂਟਰੀਅਲ ਇੰਕ ਦੇ ਯੂਨਾਈਟਿਡ ਟੈਲਮਟ ਟੋਰਾ ਵਿਖੇ ਗੋਲੀਆਂ ਦੇ ਛੇਕ ਹੋਏ ਮਿਲੇ ਸੀ। ਪੁਲਿਸ ਨੇ ਲੰਘੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਇਹਨਾਂ ਪਹਿਲੀਆਂ 2 ਗੋਲੀਕਾਂਡਾਂ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ। ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੀਆਂ ਮੌਤਾਂ ਨੂੰ ਰੋਕਣ ਦੇ ਯਤਨਾਂ ਵਿੱਚ ਉੱਤਰੀ ਅਮਰੀਕਾ ਦੇ ਹੋਰ ਸ਼ਹਿਰਾਂ ਵਿੱਚ ਡਰਾਈਵਰਾਂ ਨੂੰ ਲਾਲ ਬੱਤੀਆਂ ਤੇ ਸੱਜੇ ਮੋੜਨ ਤੇ ਪਾਬੰਦੀ ਲਗਾ ਕੇ ਮੌਂਟਰੀਅਲ ਦੇ ਬੈਨ ਨੂੰ ਬਾਕੀ ਸ਼ਹਿਰਾਂ 'ਚ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪਰ ਦਹਾਕਿਆਂ ਦੀ ਬਹਿਸ ਦੇ ਬਾਵਜੂਦ ਟ੍ਰੈਫਿਕ ਸੁਰੱਖਿਆ ਦੇ ਵਕੀਲ ਵੀ ਜੋ ਪਾਬੰਦੀ ਦਾ ਸਮਰਥਨ ਕਰਦੇ ਹਨ, ਕਹਿੰਦੇ ਹਨ ਕਿ ਇਹ ਸਾਬਤ ਕਰਨ ਵਾਲੇ ਭਰੋਸੇਯੋਗ ਡਾਟਾ ਦੀ ਘਾਟ ਹੈ ਕਿ ਉਪਾਅ ਸੁਰੱਖਿਆ ਨੂੰ ਬਿਹਤਰ ਬਣਾਉਂਦਾ ਹੈ। ਵੈਲਰੀ ਸਮਿਥ ਸੱਟ ਰੋਕਥਾਮ ਸਮੂਹ ਪੈਰਾਸ਼ੂਟ ਵਿਖੇ ਸੜਕ ਸੁਰੱਖਿਆ ਅਤੇ ਸੁਰੱਖਿਅਤ ਗਤੀਸ਼ੀਲਤਾ ਪ੍ਰੋਗਰਾਮਾਂ ਦੀ ਨਿਰਦੇਸ਼ਕ ਨੇ ਕਿਹਾ ਕਿ ਡਰਾਈਵਰਾਂ ਨੂੰ ਲਾਲ ਬੱਤੀਆਂ ਤੇ ਸੱਜੇ ਮੁੜਨ ਦੀ ਆਗਿਆ ਦੇਣ ਨਾਲ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਗਤੀਸ਼ੀਲਤਾ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਵਿਰੋਧੀ ਮਾਹੌਲ ਪੈਦਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਪੈਦਲ ਚੱਲਣ ਵਾਲਿਆਂ ਨੂੰ ਵਿਚਲਿਤ ਡਰਾਈਵਰਾਂ ਨਾਲ ਝਗੜਾ ਕਰਨ ਲਈ ਮਜਬੂਰ ਕਰਦਾ ਹੈ ਅਤੇ ਉਹਨਾਂ ਦੇ ਮਨਾਂ ਵਿੱਚ ਇਹ ਕਨਫਿਊਜ਼ਨ ਪੈਦਾ ਕਰਦਾ ਹੈ ਕਿ ਕੀ ਕੋਈ ਨੇੜੇ ਆ ਰਿਹਾ ਡਰਾਈਵਰ ਉਹਨਾਂ ਲਈ ਰੁਕੇਗਾ ਜਾਂ ਨਹੀਂ। ਜਾਣਕਾਰੀ ਮੁਤਾਬਕ ਮੌਂਟਰੀਅਲ ਇਕਮਾਤਰ ਕੈਨੇਡੀਅਨ ਸ਼ਹਿਰ ਹੈ ਜੋ ਯੋਜਨਾਬੱਧ ਢੰਗ ਨਾਲ ਲਾਲ ਲਾਈਟਾਂ ਤੇ ਸੱਜੇ ਮੋੜ ਤੇ ਪਾਬੰਦੀ ਲਗਾਉਂਦਾ ਹੈ, ਜਦੋਂ ਕਿ ਨਿਊਯਾਰਕ ਸਿਟੀ ਇਕਲੌਤਾ ਪ੍ਰਮੁੱਖ ਅਮਰੀਕੀ ਸ਼ਹਿਰ ਹੈ ਜਿਸ ਨੇ ਜ਼ਿਆਦਾਤਰ ਸਥਾਨਾਂ ਤੇ ਪਾਬੰਦੀ ਲਗਾਈ ਹੈ, ਪਰ ਇਹ ਬਦਲ ਰਿਹਾ ਹੈ। ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਵਿੱਚ ਕਦੇ-ਕਦਾਈ ਸੱਜੇ ਮੋੜ ਦੀ ਮਨਾਹੀ ਦੇ ਵਿਰੁੱਧ ਪੁਸ਼ਬੈਕ ਕੀਤਾ ਜਾਂਦਾ ਹੈ। 2016 ਦੇ ਅਖੀਰ ਵਿੱਚ 15 ਉਪਨਗਰੀ ਮੌਂਟਰੀਅਲ ਨਗਰ ਪਾਲਿਕਾਵਾਂ ਦੇ ਮੇਅਰਾਂ ਨੇ ਸੜਕੀ ਮੌਤਾਂ ਦੀਆਂ ਘਟਦੀਆਂ ਦਰਾਂ ਦੇ ਹਵਾਲਾ ਦਿੰਦੇ ਹੋਏ ਅਤੇ ਉੱਤਰੀ ਅਮਰੀਕਾ ਦੇ ਬਾਕੀ ਹਿੱਸਿਆਂ ਨਾਲੋਂ ਕਿਊਬੈਕ ਦੇ ਵਾਹਨ ਚਾਲਕਾਂ ਨਾਲੋਂ ਵੱਧ ਖਤਰਨਾਕ ਨਹੀਂ ਸਨ। ਇਸ ਪਾਬੰਦੀ ਨੂੰ ਖਤਮ ਕਰਨ ਲਈ ਅਸਫਲ ਲੌਬਿੰਗ ਕੀਤੀ ਗਈ। ਪੈਦਲ ਚੱਲਣ ਵਾਲੇ ਵਕਾਲਤ ਸਮੂਹ ਪੀਟਨਸ ਕਿਊਬੈਕ ਸਮੇਤ ਸੜਕ ਸੁਰੱਖਿਆ ਐਡਵੋਕੇਟ ਦਲੀਲ ਦਿੰਦੇ ਹਨ ਕਿ ਜਦੋਂ ਸੱਜੇ ਪਾਸੇ ਲਾਲ ਹੋਣ ਦੀ ਇਜਾਜ਼ਤ ਹੁੰਦੀ ਹੈ ਤਾਂ ਲੋਕ ਮਰਦੇ ਹਨ। ਪ੍ਰੋਵਿੰਸ ਨੇ 2003 ਵਿੱਚ ਮੌਂਟਰੀਅਲ ਟਾਪੂ ਦੇ ਬਾਹਰ ਚਾਲਬਾਜ਼ੀ ਨੂੰ ਕਾਨੂੰਨੀ ਰੂਪ ਦਿੱਤਾ ਅਤੇ ਸਮੂਹ ਦਾ ਕਹਿਣਾ ਹੈ ਕਿ ਇਸ ਨਾਲ ਉਸ ਸਾਲ ਅਤੇ 2015 ਦੇ ਵਿਚਕਾਰ 7 ਪੈਦਲ ਯਾਤਰੀਆਂ ਦੀ ਮੌਤ ਅਤੇ 37 ਗੰਭੀਰ ਜ਼ਖਮੀ ਹੋਏ ਸੀ। ਵਕੀਲਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਡਰਾਈਵਰ ਨਿਯਮਾਂ ਦੀ ਪਾਲਣਾ ਕਰਨ ਵਿੱਚ ਸਫਲ ਰਹਿੰਦੇ ਹਨ, ਜਿਸ ਲਈ ਉਹਨਾਂ ਨੂੰ ਪੂਰੀ ਤਰ੍ਹਾਂ ਆਉਣ ਦੀ ਲੋੜ ਹੁੰਦੀ ਹੈ। ਮੋੜਨ ਤੋਂ ਪਹਿਲਾਂ ਰੁਕੋ ਅਤੇ ਵੱਡੇ ਵਾਹਨ ਜਿਵੇਂ ਕਿ SUV ਪੈਦਲ ਚੱਲਣ ਵਾਲਿਆਂ ਲਈ ਵੱਡੇ ਖਤਰੇ ਪੈਦਾ ਕਰਦੇ ਹਨ।
ਓਨਟਾਰੀਓ ਦੇ ਇਨਿਸਵਿਲ ਵਿੱਚ ਇੱਕ ਘਰ ਵਿੱਚ ਧਮਾਕੇ ਦੀਆਂ ਰਿਪੋਰਟਾਂ ਮਿਲੀਆਂ, ਜਿਸ ਦੇ ਜਵਾਬ ਵਜੋਂ ਮੌਕੇ ਤੇ ਫਾਇਰ ਫਾਈਟਰ ਦੀ ਟੀਮ ਪਹੁੰਚੀ, ਪਰ ਧਮਾਕਾ ਇੰਨਾ ਵੱਡਾ ਸੀ ਕਿ ਦੋ ਘਰ ਇਸ ਦੀ ਚਪੇਟ ਵਿੱਚ ਆ ਗਏ ਅਤੇ ਅੱਗ ਲੱਗਣ ਕਾਰਨ ਦੋਵੇਂ ਘਰ ਸੜ ਕੇ ਸੁਆਹ ਹੋ ਗਏ। ਘਟਨਾ ਵਾਲੀ ਥਾਂ ਤੋਂ ਲਈਆਂ ਗਈਆਂ ਤਸਵੀਰਾਂ ਕ੍ਰਿਸੈਂਟ ਹਾਰਬਰ ਤੇ ਸਵੇਰੇ 2 ਵਜੇ ਦੇ ਕਰੀਬ ਦੀਆਂ ਹਨ, ਜਿਸ ਵਿੱਚ ਇੱਕ ਨਿਵਾਸ ਤੇ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਕਾਰਨ ਦੂਜੀ ਰਿਹਾਇਸ਼ ਨੂੰ ਵੀ ਅੱਗ ਲੱਗ ਗਈ ਅਤੇ ਦੋਵੇਂ ਘਰਾਂ ਨੂੰ ਪੂਰਾ ਨੁਕਸਾਨ ਹੋਇਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਧਮਾਕੇ ਦੇ ਸਮੇਂ ਘਰ 'ਚ ਕੋਈ ਮੌਜੂਦ ਨਹੀਂ ਸੀ ਅਤੇ ਜਿਹੜੇ ਦੂਜੇ ਘਰ 'ਚ ਅੱਗ ਲੱਗੀ ਸੀ ਉਹ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਰਹੇ। ਉੱਥੇ ਹੀ 2 ਹੋਰ ਘਰਾਂ ਨੂੰ ਅੱਗ ਲੱਗਣ ਨਾਲ ਪੈਦਾ ਹੋਈ ਗਰਮੀ ਨਾਲ ਮਾਮੂਲੀ ਨੁਕਸਾਨ ਹੋਇਆ ਹੈ। ਹਾਲਾਂਕਿ ਫਾਇਰ ਫਾਈਟਰਸ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਸੀ, ਪਰ ਕਈ ਘੰਟਿਆਂ ਬਾਅਦ ਵੀ ਸੰਘਣੇ ਧੂਏ ਕਰਕੇ ਖੇਤਰ ਵਿੱਚ ਧੂਏ ਵਾਲੀ ਹਵਾ ਭਰੀ ਹੋਈ ਸੀ। ਧਮਾਕਾ ਕਿਸ ਵਜ੍ਹਾ ਨਾਲ ਹੋਇਆ, ਇਸ ਦੀ ਜਾਂਚ ਲਈ ਓਨਟਾਰੀਓ ਫਾਇਰ ਮਾਰਸ਼ਲ ਨੂੰ ਬੁਲਾਇਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਤੂਫਾਨ ਨਾਲ ਲਗਭਗ 235,000 ਲੋਕਾਂ ਨੂੰ ਬਿਨਾਂ ਬਿਜਲੀ ਤੋਂ ਰਹਿਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਸਰਦੀ ਤੂਫਾਨ ਰਾਤ ਨੂੰ ਦੱਖਣੀ ਤੱਟ ਤੋਂ ਲੰਘਿਆ, ਜਿਸ ਦਾ ਅਸਰ ਬ੍ਰਿਟਿਸ਼ ਕੋਲੰਬੀਆ 'ਚ ਦੇਖਣ ਨੂੰ ਮਿਲਿਆ ਅਤੇ ਤੂਫਾਨ ਕਰਕੇ ਕਈ ਦਰਖਤ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਟੁੱਟਣ ਕਰਕੇ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ। ਜਿੱਥੇ ਤੂਫਾਨ ਨਾਲ ਹੋਏ ਨੁਕਸਾਨ ਕਰਕੇ ਹਾਈਵੇ 1 ਨੂੰ ਬੰਦ ਕਰ ਦਿੱਤਾ ਗਿਆ ਸੀ, ਉੱਥੇ ਹੁਣ ਜਾਣਕਾਰੀ ਆ ਰਹੀ ਹੈ ਕਿ ਹਾਈਵੇ 1 ਨੂੰ ਬੀਤੇ ਦਿਨ ਬੋਸਟਨ ਬਾਰ ਦੇ ਉੱਤਰ ਵਿੱਚ ਸਵੇਰੇ 9 ਵਜੇ ਦੇ ਨੇੜੇ ਮੁੜ ਖੋਲਿਆ ਗਿਆ। एनवायरमेंट कैनेडा ਦੇ ਮੌਸਮ ਵਿਗਿਆਨੀ ਗੈਰੀ ਡਿਕਿੰਸਨ ਨੇ ਤੂਫਾਨ ਨੂੰ ਸਟਰੋਂਗ ਕੋਲਡ ਫਰੰਟ ਵਜੋਂ ਦਰਸਾਇਆ, ਪਰ ਨਾਲ ਹੀ ਇਹ ਵੀ ਦੱਸਿਆ ਕਿ ਇਹ ਇੱਕ ਅਜਿਹਾ ਤੂਫਾਨ ਸੀ ਜੋ ਦੱਖਣੀ ਤੱਟ ਤੇ ਆਮ ਤੌਰ ਤੇ ਸਾਲ ਦੇ ਇਸ ਸਮੇਂ ਵਿੱਚ ਦੇਖੇ ਜਾਣ ਦੀ ਸੀਮਾ ਦੇ ਅੰਦਰ ਆ ਗਿਆ। ਡਿਕਿੰਸਨ ਦੇ ਮੁਤਾਬਿਕ ਉੱਤਰੀ ਕਿਨਾਰੇ ਤੇ ਸਭ ਤੋਂ ਵੱਧ ਮੀਂਹ ਪਿਆ, ਜਿੱਥੇ ਪੱਛਮੀ ਵੈਨਕੂਵਰ ਵਿੱਚ ਰਾਤ ਭਰ 52.6 ਮਿਲੀਮੀਟਰ ਰੇਨਫਾਲ ਦੇਖੀ ਗਈ। ਸਰੀ ਦੇ ਸੀਡਰ ਹਿਲਸ ਇਲਾਕੇ ਦੇ ਇੱਕ ਵੀਡੀਓ 'ਚ ਇਹ ਦੇਖਿਆ ਗਿਆ ਕਿ ਕਈ ਦਰਖਤ ਰਾਤੋਂ ਰਾਤ ਆਏ ਤੂਫਾਨ ਨਾਲ ਡਿੱਗ ਗਏ, ਜਿਸ ਨਾਲ ਟਰਾਂਸਮਿਸ਼ਨ ਤਾਰਾਂ ਅਤੇ ਆਂਢ-ਗੁਆਂਢ ਦੀਆਂ ਸੜਕਾਂ ਤੇ ਖੜੇ ਵਾਹਨਾਂ ਤੇ ਦਰਖਤ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ। ਬ੍ਰਿਟਿਸ਼ ਕੋਲੰਬੀਆ ਦੀ ਹਾਈਡਰੋ ਟੀਮ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੋ ਤਾਰਾਂ ਟੁੱਟ ਕੇ ਥੱਲੇ ਡਿੱਗੀਆਂ ਹੋਈਆਂ ਹਨ, ਉਹਨਾਂ 'ਚ ਸ਼ਾਇਦ ਅਜੇ ਵੀ ਕਰੰਟ ਹੋਵੇ। ਇਸ ਕਰਕੇ ਅਜਿਹੀ ਥਾਵਾਂ ਤੋਂ 10 ਮੀਟਰ ਦੀ ਦੂਰੀ ਬਣਾ ਕੇ ਰੱਖੋ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ 911 ਤੇ ਕਾਲ ਕਰੋ। ਹਾਲਾਂਕਿ ਬੀਤੇ ਦਿਨ ਇੱਕ ਜ਼ਿਆਦਾਤਰ ਘਰਾਂ ਵਿੱਚ ਬਿਜਲੀ ਬਹਾਲ ਕਰਨ ਦੀ ਉਮੀਦ ਸੀ, ਪਰ ਕੁਝ ਗਾਹਕ ਅਜਿਹੇ ਹਨ ਜੋ ਭਾਰੀ ਨੁਕਸਾਨ ਹੋਣ ਕਾਰਨ ਰਾਤੋਂ ਰਾਤ ਬਿਜਲੀ ਤੋਂ ਬਿਨਾਂ ਰਹਿਣਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਗ੍ਰੀਨ ਪਾਰਟੀ ਦੇ ਡਿਪਟੀ ਲੀਡਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਪਸੰਦ ਕਰਨ ਤੋਂ ਬਾਅਦ ਹਟਾ ਦਿੱਤਾ ਗਿਆ ਹੈ, ਜਿਸ ਵਿੱਚ ਡਾਕਟਰ ਬੋਨੀ ਹੈਨਰੀ ਦੀ ਤੁਲਨਾ ਨਾਜ਼ੀ ਡਾਕਟਰ ਜੋਸੇਫ ਮੈਂਗਲੇ ਨਾਲ ਕੀਤੀ ਗਈ ਸੀ। ਲੀਡਰ ਸੋਨੀਆ ਫ੍ਰੈਸਟੇਨੋ ਨੇ ਟਵਿੱਟਰ ਤੇ ਇੱਕ ਬਿਆਨ ਵਿੱਚ ਇਹ ਫੈਸਲਾ ਲੈਣ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਡਾਕਟਰ ਸੰਜੀਵ ਗਾਂਧੀ ਉਪਨੇਤਾ ਨੇ ਸਾਡੇ ਸੂਬਾਈ ਸਿਹਤ ਅਧਿਕਾਰੀ ਅਤੇ ਮੈਂਗਲੇ ਵਿਚਕਾਰ ਅਣਉਚਿਤ ਤੁਲਨਾ ਵਾਲੇ ਇੱਕ ਟਵੀਟ ਨੂੰ ਪਸੰਦ ਕਰਨ ਬਾਰੇ ਜਾਣੂ ਕਰਵਾਇਆ। ਮੈਨੂੰ ਇਹ ਅਸਵੀਕਾਰਨਯੋਗ ਲੱਗਦਾ ਹੈ ਅਤੇ ਮੈਂ ਡਾਕਟਰ ਗਾਂਧੀ ਨੂੰ ਉਪਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ। ਜਾਣਕਾਰੀ ਮੁਤਾਬਿਕ ਡਾਕਟਰ ਗਾਂਧੀ ਨੂੰ ਜਨਵਰੀ 'ਚ ਡਿਪਟੀ ਲੀਡਰ ਬਣਾਇਆ ਗਿਆ ਸੀ ਅਤੇ ਉਹ ਬ੍ਰਿਟਿਸ਼ ਕੋਲੰਬੀਆ ਚਿਲਡਰਨ ਹਸਪਤਾਲ ਵਿੱਚ ਪੈਡੀਆਟ੍ਰਿਕ ਕਾਰਡੀਓਵੈਸਕੂਲਰ ਅਤੇ ਥੋਰੈਸਿਕ ਸਰਜਰੀ ਦੇ ਸਾਬਕਾ ਮੁਖੀ ਹਨ ਅਤੇ ਸਰਕਾਰ ਦੀ ਸਿਹਤ ਸੰਭਾਲ ਨੀਤੀ ਦੇ ਇੱਕ ਸਪਸ਼ਟ ਆਲੋਚਕ ਰਹੇ ਹਨ, ਜਿਸ ਵਿੱਚ ਕੋਵਿਡ-19 ਮਹਾਮਾਰੀ ਪ੍ਰਤੀ ਇਹਨਾਂ ਦੀਆਂ ਪ੍ਰਤੀਕਿਰਿਆ ਵੀ ਸ਼ਾਮਲ ਹਨ। ਫ੍ਰੈਸਟੇਨੋ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਗ੍ਰੀਨ ਪਾਰਟੀ ਨੇ ਗਾਂਧੀ ਦੀ ਉਮੀਦਵਾਰੀ ਦੀ ਜਾਂਚ ਕੀਤੀ ਸੀ, ਜਿੱਥੇ ਉਹਨਾਂ ਨੇ ਗਾਂਧੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਬਾਰੇ ਗੱਲ ਕੀਤੀ। ਕਿਹਾ ਜਾ ਰਿਹਾ ਹੈ ਕਿ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਫੈਸਲਾ ਫ੍ਰੈਸਟੇਨੋ ਨਾਲ ਸਲਾਹ ਮਸ਼ਵਰਾ ਕਰਕੇ ਲਿਆ ਗਿਆ ਸੀ ਅਤੇ ਇਸ ਕਰਕੇ ਵੀ ਲਿਆ ਗਿਆ ਸੀ ਕਿ ਇਸ ਵਿਵਾਦ ਦਾ ਪ੍ਰਚਾਰ ਮੁਹਿੰਮ ਤੇ ਅਸਰ ਪਾਵੇਗਾ। ਅਮਰੀਕਾ ਪ੍ਰਸ਼ਾਸਨ ਦੇ 2 ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫ਼ਤੇ ਸੈਨ ਫਰਾਂਸਿਸਕੋ ਵਿਖਾੜੀ ਖੇਤਰ ਵਿੱਚ ਮਿਲਣ ਵਾਲੇ ਹਨ। 15 ਨਵੰਬਰ ਨੂੰ ਹੋਣ ਵਾਲੀ ਇਹ ਮੁਲਾਕਾਤ ਬਾਈਡਨ ਦੀ ਪ੍ਰਧਾਨਗੀ ਦੌਰਾਨ ਉਹਨਾਂ ਦੀ ਦੂਜੀ ਆਮੋ-ਸਾਹਮਣੀ ਮੁਲਾਕਾਤ ਹੋਵੇਗੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਮੁਲਾਕਾਤ ਵਿੱਚ ਇਹ ਵਿਆਪਕ ਹੋਵੇਗਾ ਕਿ ਇਜ਼ਰਾਈਲ ਹਮਾਸ ਯੁੱਧ, ਤਾਈਵਾਨ, ਯੂਕਰੇਨ ਵਿੱਚ ਯੁੱਧ ਅਤੇ ਚੋਣ ਦਖਲਅੰਦਾਜ਼ੀ ਬਾਰੇ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜ ਗਏ ਸਨ। ਜਾਣਕਾਰੀ ਮੁਤਾਬਕ ਅਮਰੀਕਾ ਨੇ ਚੀਨ ਤੇ ਆਪਣੇ ਹਵਾਈ ਖੇਤਰ 'ਚ ਸਪਾਈ ਬੈਲੂਨ ਭੇਜਣ ਦਾ ਦੋਸ਼ ਲਗਾਇਆ ਹੈ, ਜਦੋਂ ਕਾਰਵਾਈ ਕਰਦੇ ਹੋਏ ਇੱਕ ਅਮਰੀਕੀ ਲੜਾਕੂ ਜਹਾਜ਼ ਨੇ ਇਸ ਨੂੰ ਸਾਊਥ ਕੈਰੋਲੀਨਾ ਦੇ ਤੱਟ ਤੋਂ ਹੇਠਾਂ ਡੇਗ ਦਿੱਤਾ ਸੀ। BBC ਦੀ ਰਿਪੋਰਟ ਮੁਤਾਬਕ ਉਸ ਸਮੇਂ ਦੀ ਸਪੀਕਰ ਨੈਂਸੀ ਪੈਲੋਸੀ ਦੁਆਰਾ ਪਿਛਲੇ ਸਾਲ ਤਾਈਵਾਨ ਦਾ ਦੌਰਾ ਵੀ ਕੀਤਾ ਗਿਆ ਸੀ, ਜਿਸ ਕਾਰਨ ਚੀਨ ਨੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸੰਚਾਰ ਨੂੰ ਤੋੜ ਦਿੱਤਾ ਸੀ। US ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਚਲਨਾਂ ਨੂੰ ਬਹਾਲ ਕਰਨ ਲਈ ਦ੍ਰਿੜ ਹਨ, ਪਰ ਚੀਨ ਅਜਿਹਾ ਕਰਨ ਲਈ ਝਿਜਕਦਾ ਦਿਖਾਈ ਦੇ ਰਿਹਾ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਇਹ 5 ਜਾਂ 10 ਸਾਲ ਪਹਿਲਾਂ ਦਾ ਰਿਸ਼ਤਾ ਨਹੀਂ ਹੈ। ਅਸੀਂ ਨਤੀਜਿਆਂ ਜਾਂ ਡਿਲੀਵਰੇਬਲਸ ਦੀ ਲੰਬੀ ਸੂਚੀ ਬਾਰੇ ਗੱਲ ਨਹੀਂ ਕਰ ਰਹੇ ਹਾਂ। ਇੱਥੇ ਟੀਚੇ ਅਸਲ ਵਿੱਚ ਮੁਕਾਬਲੇ ਦੇ ਪ੍ਰਬੰਧਨ ਬਾਰੇ ਹਨ, ਜਿਸ ਵਿੱਚ ਜੋਖਮ ਦੇ ਨੁਕਸਾਨ ਨੂੰ ਰੋਕਣਾ, ਸੰਘਰਸ਼ ਦੇ ਅਤੇ ਸੰਚਾਰ ਦੇ ਚੈਨਲਾਂ ਨੂੰ ਸੁਨਿਸ਼ਚਿਤ ਕਰਨਾ ਸ਼ਾਮਲ ਹੈ।
जानकारी मुताबिक बाइडन शी ਦੀ ਦੁਵੱਲੀ ਮੁਲਾਕਾਤ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਏਪੈਕ ਸੰਮੇਲਨ ਦੌਰਾਨ ਹੋਵੇਗੀ, ਜਿਸ ਦੀ ਮੇਜ਼ਬਾਨੀ ਅਮਰੀਕਾ 11 ਤੋਂ 17 ਨਵੰਬਰ ਤੱਕ ਸੈਨ ਫਰਾਂਸਿਸਕੋ ਵਿੱਚ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਇਵਾਨ ਦੀ ਉਹਨਾਂ ਵਿਸ਼ਿਆਂ ਦੀ ਸੂਚੀ ਵਿੱਚ ਸਿਖਰ ਤੇ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਤੇ ਚੀਨ ਚਰਚਾ ਕਰਨ ਲਈ ਉਤਸੁਕ ਹੋਵੇਗਾ। ਇਹ ਸਵੈ ਸ਼ਾਸਿਤ ਟਾਪੂ ਤੇ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਕਰਵਾਉਣ ਲਈ ਤਿਆਰ ਹੈ। कई यूएस मीडिया आउटलेट्स ने रिपोर्ट दी है कि शी बाइडन नाल मुलाकात तो बाद सैन फ्रांसिस्को विच अमेरिकी कारोबारी अधिकारियों नाल एक निजी रात के खाने विच भी शामिल होणगे। बीबीसी की रिपोर्ट मुताबिक अमेरिका के खजाना मंत्री जैनेट येलेन ने भी चीन के उप प्रधानमंत्री ही लाइफंग नाल इस हफ्ते शी बाइडन की बैठक तो पहला दोवां देशां विचकार आर्थिक सहयोग ते चर्चा करन लई गलबात कीती है। फेरी तो पहला चीनी राज मीडिया आउटलेट ग्लोबल टाइम्स ने एक संपादकी लिखिया जिस विच जो बाइडन नूं चीन अते अमेरिका दरमियान विघन नूं दूर करन अते एलिमिनेट करन दी जिम्मेवारी दित्ती गई है। विश्व सेहत संगठन ने शनिवार ਨੂੰ ਕਿਹਾ ਕਿ ਉਹਨਾਂ ਦਾ ਉੱਤਰੀ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਨਾਲ ਸੰਪਰਕ ਟੁੱਟ ਗਿਆ ਹੈ। WHO ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਗਾਜ਼ਾ ਵਿੱਚ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਨ। ਉਹਨਾਂ ਨੇ ਕਿਹਾ ਕਿ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼, ਬੱਚੇ ਅਤੇ ਮਜ਼ਦੂਰ ਮੌਜੂਦ ਹਨ, ਇਸ ਲਈ ਜੰਗ ਬੰਦ ਕੀਤੀ ਜਾਵੇ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ ਸ਼ਿਫਾ 'ਚ ਸ਼ਨੀਵਾਰ ਤੋਂ ਹਨੇਰਾ ਛਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਫਲਸਤੀਨ ਵਿੱਚ ਇਜ਼ਰਾਈਲੀ ਬਸਤੀਆਂ ਖਿਲਾਫ 9 ਨਵੰਬਰ ਨੂੰ ਸੰਯੁਕਤ ਰਾਸ਼ਟਰ ਵਿੱਚ ਇੱਕ ਅਹਿਮ ਮਤਾ ਪੇਸ਼ ਕੀਤਾ ਗਿਆ। ਇਸ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਭਾਰਤ ਨੇ ਇਸ ਪ੍ਰਸਤਾਵ ਦੇ ਪੱਖ 'ਚ ਵੋਟਿੰਗ ਕੀਤੀ। ਇਸ ਪ੍ਰਸਤਾਵ ਦੇ ਸਮਰਥਨ 'ਚ 145 ਦੇਸ਼ਾਂ ਨੇ ਵੋਟ ਦਿੱਤੀ ਹੈ। इस दौरान इजराइल के प्रधानमंत्री बेंजामिन ने जंगबंदी तो साफ इनकार कर दिता है। उन्होंने कहा कि फौज बहुत वधिया प्रदर्शन कर रही है। उन्होंने ये भी दस्सिया कि युद्ध तो बाद फलस्तीनी खेतर ते कौन राज करेगा। उन्होंने कहा कि इस जगह ते मुड़ कब्जा करने की कोई योजना नहीं है। इजराइल के प्रधानमंत्री बेंजामिन नेतन्याहू ने फॉक्स न्यूज नाल गलबात करते हुए कहा कि हमास नाल जंगबंदी का मतलब आत्मसमर्पण है। इस प्रस्ताव तो पहला अक्तूबर च संयुक्त राष्ट्र महासभा UNSC च जॉर्डन वालों एक प्रस्ताव पेश किया गया सी। इस मते विच इजराइल हमास युद्ध विच तुरंत मानवतावादी जंगबंदी की मांग की गई। इस प्रस्ताव के समर्थन च 120 देशों ने वोट किया, जबकि 14 देशों ने इस दे खिलाफ वोट किया। 45 देश वोटिंग तो गैर हाजिर रहे। उस समय भारत ने ना तो इस प्रस्ताव के समर्थन में वोट किया अते ना ही विरोध विच। भारत वोटिंग तो गैर हाजिर रहा। अमेरिकी अधिकारियों ने लंघे एतवार ਨੂੰ ਜਾਣਕਾਰੀ ਦਿੱਤੀ ਕਿ ਇੱਕ ਸਿਖਲਾਈ ਮਿਸ਼ਨ ਦੌਰਾਨ ਪੂਰਬੀ ਭੂ-ਮੱਧ ਸਾਗਰ ਵਿੱਚ ਇੱਕ ਫੌਜੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ 5 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਫੌਜ ਦੀ ਯੂਰੋਪੀਅਨ ਕਮਾਂਡ ਨੇ ਕਿਹਾ ਕਿ ਜਹਾਜ਼ ਤੇ ਸਵਾਰ ਸਾਰੇ 5 ਚਾਲਕ ਦਲ ਦੇ ਮੈਂਬਰ ਉਦੋਂ ਮਾਰੇ ਗਏ ਜਦੋਂ ਜਹਾਜ਼ ਫੌਜੀ ਸਿਖਲਾਈ ਦੇ ਹਿੱਸੇ ਵਜੋਂ ਇੱਕ ਰੂਟੀਨ 에ਅਰ ਰਿਫਿਊਲਿੰਗ ਮਿਸ਼ਨ ਦੌਰਾਨ ਹੇਠਾਂ ਡਿੱਗ ਗਿਆ। ਫੌਜ ਨੇ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਕਿ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਕਿਸੇ ਦੁਸ਼ਮਣੀ ਗਤੀਵਿਧੀ ਦੇ ਸ਼ਾਮਲ ਹੋਣ ਦੇ ਕੋਈ ਸੰਕੇਤ ਨਹੀਂ ਹਨ। ਜਿਸ ਨੇ ਲੰਘੇ ਐਤਵਾਰ ਨੂੰ ਦੱਸਿਆ ਕਿ ਖੋਜ ਅਤੇ ਬਚਾਅ ਯਤਨ ਤੁਰੰਤ ਸ਼ੁਰੂ ਹੋ ਗਏ, ਜਿਸ ਵਿੱਚ ਨੇੜਲੇ ਅਮਰੀਕੀ ਫੌਜੀ ਜਹਾਜ਼ ਅਤੇ ਜਹਾਜ਼ ਸ਼ਾਮਲ ਹਨ। ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਸ਼ਨੀਵਾਰ ਸਵੇਰੇ ਭੂ-ਮੱਧ ਸਾਗਰ ਵਿੱਚ ਇੱਕ ਸਿਖਲਾਈ ਹਾਦਸੇ ਦੌਰਾਨ 5 ਅਮਰੀਕੀ ਸੈਨਿਕਾਂ ਦੇ ਦੁਖਦਾਈ ਮੌਤ ਤੇ ਸੋਗ ਪ੍ਰਗਟ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਜਦਕਿ ਅਸੀਂ ਇਸ ਘਾਤਕ ਹਾਦਸੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਾ ਜਾਰੀ ਰੱਖਾਂਗੇ। ਇਹ ਇੱਕ ਹੋਰ ਸਪਸ਼ਟ ਯਾਦ ਦਿਵਾਉਂਦਾ ਹੈ ਕਿ ਸਾਡੇ ਮਹਾਨ ਦੇਸ਼ ਦੀ ਰੱਖਿਆ ਕਰਨ ਵਾਲੇ ਬਹਾਦਰ ਪੁਰਸ਼ ਅਤੇ ਔਰਤਾਂ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ। ਯੂਰੋਪੀਅਨ ਕਮਾਂਡ ਨੇ ਕਿਹਾ ਕਿ ਸੇਵਾ ਮੈਂਬਰਾਂ ਦੇ ਪਰਿਵਾਰਾਂ ਦੇ ਸਨਮਾਨ ਲਈ ਅਤੇ ਰੱਖਿਆ ਵਿਭਾਗ ਦੀ ਨੀਤੀ ਦੇ ਅਨੁਸਾਰ ਚਾਲਕ ਦਲ ਦੇ ਮੈਂਬਰਾਂ ਦੀ ਪਛਾਣ 24 ਘੰਟਿਆਂ ਲਈ ਉਦੋਂ ਤੱਕ ਰੋਕੀ ਜਾ ਰਹੀ ਹੈ ਜਦੋਂ ਤੱਕ ਇਸ ਹਾਦਸੇ 'ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਕਿਸ ਫੌਜੀ ਸੇਵਾ ਨਾਲ ਸੰਬੰਧਿਤ ਸੀ। ਹਵਾਈ ਸੈਨਾ ਨੇ ਇਸ ਖੇਤਰ ਵਿੱਚ ਵਾਧੂ ਸਕੁਆਡਰੋਨਸ ਭੇਜੇ ਹਨ ਅਤੇ USS ਵਿਰਾਟ R ਫੋਰਡ 에ਅਰਕ੍ਰਾਫਟ ਕੈਰੀਅਰ, ਜਿਸ ਵਿੱਚ ਜਹਾਜ਼ਾਂ ਦੀ ਇੱਕ ਲੜੀ ਹੈ, ਪੂਰਬੀ ਮੈਡੀਟੇਰੀਅਨ ਵਿੱਚ ਵੀ ਕੰਮ ਕਰ ਰਿਹਾ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।